ਡੀਡੀ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਮੈਂ ਹਾਂ ਨਵਜੋਤ ਕੌਰ ਸਿੱਧੂ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਅੱਜ ਦੀ ਗੱਲ। ਸੋ ਅੱਜ ਦੀ ਗੱਲ ਪ੍ਰੋਗਰਾਮ ਦੇ ਤਹਿਤ ਗੱਲ ਕੀਤੀ ਜਾਏਗੀ ਕਿਹੋ ਜਿਹੇ ਵਿਸ਼ੇ ਦੇ ਉੱਤੇ ਜਿਹੜਾ ਕਿ ਜੁੜਿਆ ਹੋਇਆ ਸਾਡੇ ਭਾਰਤ ਦੇ ਨਾਲ, ਸਾਡੇ ਸੂਬੇ ਦੇ ਨਾਲ, ਕਿਉਂਕਿ ਗੱਲ ਕਰ ਲੱਗਿਆ ਜੀ G20 ਬੈਠਕ ਦੀ। ਭਾਰਤ ਲਈ ਸਭ ਤੋਂ ਪਹਿਲਾਂ ਤਾਂ ਇੱਕ ਮਾਣ ਵਾਲੀ ਗੱਲ ਹੈ ਕਿ ਸੁਭਾਗ ਪ੍ਰਾਪਤ ਹੋਇਆ ਇਸ ਵਾਰ ਸਾਡੇ ਦੇਸ਼ ਨੂੰ ਇਸ ਦੀ ਨੁਮਾਇੰਦਗੀ ਕਰਨ ਦਾ। ਟੂਰਿਜ਼ਮ ਦੀ ਗੱਲ ਕਰੀਏ, फूड की गल करिए, सिक्ख्या की गल करिए, असी बहुत सारे मुद्दों के उत्ते चर्चा की जाती है G20 के अंदर, ताकि वो ठोस कदम चक्के जान देश की तरक्की नूं लैके। रिसैशन तो बाद जो कुछ इत्थे चलिया साडे मुल्क ने, लोगों ने, उहदे विचों किवें उसनूं कढिया जावे ते उसते दूजे राउंड की जिहड़ी मीटिंग है, जिन्हों असीं कहने हैं कि एजुकेशन वर्किंग ग्रुप की जिहड़ी मीटिंग है, दूजी सिक्ख्या कार्यकारी ग्रुप की बैठक ਅੰਮ੍ਰਿਤਸਰ ਦੇ ਵਿੱਚ ਕੱਲ ਸ਼ੁਰੂ ਹੋਣ ਜਾ ਰਹੀ ਹੈ। ਉਹਦੇ ਬਾਰੇ ਖਾਸ ਲਾਈਵ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕੀਤੀ ਜਾਏਗੀ। ਇਸ ਚਰਚਾ ਬਾਰੇ ਸਾਡੇ ਅੱਜ ਦੇ ਮਾਹਰ ਸਾਡੇ ਸਟੂਡੀਓ 'ਚ ਪਹੁੰਚ ਚੁੱਕੇ ਨੇ। ਤੁਹਾਨੂੰ ਮਿਲਵਾਉਂਦੇ ਹਾਂ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਮੇਰੇ ਨਾਲ ਨੇ ਰਵਿੰਦਰ ਸਿੰਘ ਜੀ, ਜੋ ਕਿ ਸੀਨੀਅਰ ਪੱਤਰਕਾਰ ਨੇ। ਰਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਬਿਲਕੁਲ ਨਾਲ ਬੈਠੇ ਨੇ ਜੀ ਮਨੂਪਾਲ ਸ਼ਰਮਾ ਜੀ, ਜੋ ਕਿ ਸੀਨੀਅਰ ਪੱਤਰਕਾਰ ਨੇ ਜੀ, ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ। ਮਨੂਪਾਲ ਜੀ, ਸਵਾਗਤ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਰੋਬਿਨ ਜੀ G20 ਦੀ, ਭਾਰਤ ਦੀ ਗੱਲ ਚੱਲੀ, ਉਸ ਤੋਂ ਬਾਅਦ ਗੱਲ ਚੱਲੀ ਸਾਡੇ ਇੱਕ ਹੈਰੀਟੇਜ ਜੋ ਸਾਡਾ ਸ਼ਹਿਰ ਹੈ, ਸ਼ਹਿਰ ਅੰਮ੍ਰਿਤਸਰ, ਉੱਥੇ ਕੱਲ੍ਹ ਸ਼ੁਰੂ ਹੋਣ ਜਾ ਰਹੀ ਅਗਲੇ ਦਿਨ ਦੀ ਮੀਟਿੰਗ ਜਿਹੜੀ ਹੈ। ਕੀ ਫਾਇਦੇ ਹੁੰਦੇ ਨੇ, ਕਿਵੇਂ ਚੁਣਿਆ ਜਾਂਦਾ ਹੈ? ਕੋਈ ਸ਼ਹਿਰ ਦੀ ਗੱਲ ਕਰਦੇ ਹਾਂ ਆਪਾਂ, ਸਟੇਟ ਦੀ ਗੱਲ ਕਰਦੇ ਹਾਂ G20 ਦੇ ਇਹਨਾਂ ਬੈਠਕਾਂ ਦੇ ਲਈ। ਪਹਿਲੇ ਤਾਂ ਭਾਰਤ ਨੂੰ ਇਹਦੀ ਨੁਮਾਇੰਦਗੀ ਮਿਲਣੀ ਇਟਸੈਲਫ ਬੜੀ ਕਮਾਨ ਦੀ ਗੱਲ ਹੁੰਦੀ ਹੈ। ਪਰ ਉਸ ਤੋਂ ਇਲਾਵਾ ਫਿਰ ਇਹਦੀ ਇੱਕ ਪ੍ਰੋਸੈਸ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਮੀਟਿੰਗਸ ਹੋਣੀਆਂ। ਵਰਕਿੰਗ ਕਮੇਟੀ ਦੇ ਇਲਾਵਾ ਉਹਦੇ ਇਲਾਵਾ ਮਿਨਿਸਟਰਸ ਦੀ ਮੀਟਿੰਗ ਹੋਣੀ ਹੈ, ਫਿਰ ਸਮਿਟ ਦੇ ਲੀਡਰਸ ਆਣਗੇ, ਫਿਰ ਕਿਸੇ ਸਿੱਟੇ ਤੇ ਪਹੁੰਚਣਗੇ। ਲੇਕਿਨ ਉਹ ਇੱਕ ਸਾਲ ਦੀ ਮੀਟਿੰਗਸ ਵਿੱਚ ਭਾਰਤ ਨੇ ਕੋਸ਼ਿਸ਼ ਕੀਤੀ ਹੈ ਕਿ ਕਿਉਂ ਨਾ ਜਿਹੜੇ ਦੁਨੀਆ ਦੇ 20 ਮੁਲਕਾਂ, 19 ਮੁਲਕ ਤੇ ਇੱਕ ਯੂਰਪੀਅਨ ਯੂਨੀਅਨ ਦੇ ਜਿਹੜੇ ਨੁਮਾਇੰਦੇ ਆਉਣਗੇ, ਕਿਉਂ ਨਾ ਅਸੀਂ ਉਹਨਾਂ ਨੂੰ ਭਾਰਤ ਦਰਸ਼ਨ ਟਾਈਪ ਇੱਕ ਨਾਲ ਥਾਵਾਂ ਤੇ ਵੀ ਨਾਲ ਲਿਜਾਇਆ ਜਾਵੇ ਤੇ ਦੱਸਿਆ ਜਾਏ ਕਿ ਕਿੰਨੇ ਰਿਚ ਰਿਸੋਰਸਿਸ ਨੇ ਸਾਡੇ ਕੋਲ ਔਰ ਕੀ ਕੁਝ ਅਸੀਂ ਕਰ ਸਕਦੇ ਹਾਂ। ਸਾਡੇ ਅੰਮ੍ਰਿਤਸਰ ਅਗਰ ਇੱਕ ਟੂਰਿਜ਼ਮ ਦੀ ਇੰਡਸਟਰੀ ਵਿੱਚ ਨਾਮ ਰੱਖਦਾ ਹੈ, ਸ੍ਰੀ ਹਰਿਮੰਦਰ ਸਾਹਿਬ ਕਰਕੇ ਇੱਕ ਰਿਲੀਜੀਅਸ ਟੂਰਿਜ਼ਮ ਉੱਥੇ ਆਉਂਦਾ, ਤੇ ਐਜੂਕੇਸ਼ਨ 'ਚ ਵੀ ਅਸੀਂ ਕਿਸ ਤਰ੍ਹਾਂ ਦੀਆਂ ਚੰਡੀਗੜ੍ਹ ਜਾਂ ਪੰਜਾਬ ਗੇਨ ਕਰ ਰਿਹਾ ਉਹਨੂੰ ਦਿਖਾਉਣਾ। ਉਹਦੇ ਵਿੱਚ ਜਿਹੜੀ ਅੰਮ੍ਰਿਤਸਰ ਚੁਣਿਆ ਗਿਆ, ਉਹ 200 ਸਿਟੀਜ਼ ਵਿੱਚੋਂ ਇੱਕ ਸਿਟੀ ਚੁਣੀ ਗਈ, ਜਿਹਦੇ ਵਿੱਚ ਵਰਕਿੰਗ ਕਮੇਟੀ ਦੀ ਇਸ ਵੇਲੇ ਬੈਠਕ ਹੋਣੀ ਹੈ। ਉਸ ਬੈਠਕ ਦੇ ਵਿੱਚ ਇਹ ਨਹੀਂ ਹੈ ਕਿ ਇਕੱਲਾ ਐਜੂਕੇਸ਼ਨ ਨਾਲ ਗੱਲ ਹੋਏਗੀ, ਮੌਕਾ ਮਿਲ ਜਾਂਦਾ ਹੈ ਜਿਹੜੇ ਬਹੁਤ ਸਾਰੇ ਅਦਾਰੇ, ਖਾਸ ਤੌਰ ਤੇ ਜਿਹੜੇ ਪੰਜਾਬ ਅੰਮ੍ਰਿਤਸਰ ਇੰਡਸਟਰੀ, ਇੱਕ ਤਰ੍ਹਾਂ ਦੇ ਇੱਕ ਤੇ ਸਿੱਧੇ ਤੌਰ ਤੇ ਫਾਇਦੇ ਨਜ਼ਰ ਆਉਂਦੇ ਨੇ G20 ਦੇ, ਕਿ G20 ਨੇ ਰਿਸੈਸ਼ਨ ਚੋਂ ਕੱਢਣਾ ਹੈ ਜਾਂ ਤੁਹਾਨੂੰ ਕੁਝ ਹੋਰ ਬੈਨੀਫਿਟਸ ਦੇਣੇ ਨੇ। ਇੱਕ ਇੰਟੈਂਜੀਬਲ ਬੈਨੀਫਿਟਸ ਹੁੰਦੇ ਜਿਹੜੇ ਨਜ਼ਰ ਨਹੀਂ ਆਉਂਦੇ, ਉਹ ਹੁੰਦੇ ਆ ਤੁਸੀਂ ਆਪਣੇ ਤੌਰ ਤੇ ਉਹਨਾਂ ਨੁਮਾਇੰਦਿਆਂ ਨੂੰ ਜਾ ਕੇ ਮਿਲਣਾ ਔਰ ਦੱਸਣਾ ਵੀ ਮੈਂ ਫਲਾਂ ਯੂਨੀਵਰਸਿਟੀ ਤੋਂ ਆ ਤੇ ਮੈਂ ABC ਜਾਂ ਇਹ ਕੰਮ ਮੈਂ ਕਰ ਰਿਹਾ ਤੇ ਮੈਨੂੰ ਇਹਦੇ ਵਿੱਚ ਤੁਹਾਡੇ ਮੁਲਕ ਵਿੱਚ ਮੈਂ ਇਹ ਵਧੀਆ ਕਰ ਸਕਦਾ ਜਾਂ ਤੁਹਾਡੇ ਕੋਲ ਲੈ ਸਕਦਾ। ਇਹ ਇੰਟੈਂਜੀਬਲ ਬੈਨੀਫਿਟਸ ਹੁੰਦੇ ਨੇ ਜਿਹੜੇ ਨਜ਼ਰ ਨਹੀਂ ਆਉਂਦੇ। ਇਹ ਹੁਣ ਪੰਜਾਬ ਤੇ ਪੰਜਾਬ ਦੇ ਲੋਕ ਕਿੰਨਾ ਲੈ ਪਾਉਂਦੇ ਨੇ ਜੀ, ਇਹ ਆਉਣ ਵਾਲਾ ਸਮਾਂ ਦੱਸੇਗਾ ਜੀ। ਸੋ ਉਸ ਤੋਂ ਬਾਅਦ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਦੇ ਥੀਮ ਦੀ, ਕੋਈ ਵੀ ਆਪਾਂ ਕੰਮ ਕਰਦੇ ਉਹਦਾ ਇੱਕ ਥੀਮ ਨਿਰਧਾਰਿਤ ਕੀਤਾ ਜਾਂਦਾ, ਇੱਕ ਬੇਸ ਨਿਰਧਾਰਿਤ ਕੀਤਾ ਜਾਂਦਾ ਜਿਹਦੇ ਉੱਤੇ ਉਹ ਕੰਮ ਕਰਦਾ ਹੈ। ਸੋ ਕੀ ਥੀਮ ਹੈ ਇਸ ਬੈਠਕ ਦਾ ਜੋ ਅੰਮ੍ਰਿਤਸਰ 'ਚ ਹੋਣ ਜਾ ਰਹੀ ਹੈ? ਇਸ ਤਰ੍ਹਾਂ ਜੀ ਨਵਜੋਤ ਜੀ ਕਿ ਇਹ IIT ਰੋਪੜ ਜਿਹੜਾ ਆ ਇਸ ਨੂੰ ਆਰਗੇਨਾਈਜ਼ ਕਰ ਰਿਹਾ ਹੈਗਾ ਜੀ। ਇਹਨਾਂ ਨੇ ਰੱਖਿਆ ਹੈ ਇਨੋਵੇਸ਼ਨ ਰਿਸਰਚ ਥਰੂ ਕੋਲੈਬੋਰੇਸ਼ਨ। ਉਹਦੇ ਨਾਲ ਇਹ ਹੈ ਕਿ ਜਿਸ ਤਰ੍ਹਾਂ ਇਹਦੇ 3 ਸ਼ਬਦ ਨੇ ਜੀ, ਕਿ ਨਵੀਂ ਜਿਹੜੀ ਸਾਡੀ ਹੋ ਸਕਦੀ ਹੈ, ਸ਼ੋਧ ਹੋ ਸਕਦਾ ਹੈ, ਇਹ ਇਹਨਾਂ ਨੇ ਸਟਾਰਟਅਪਸ ਵਾਸਤੇ ਰੱਖਿਆ ਹੈ ਜੀ। ਕਿ ਇੱਕ ਤਾਂ ਸਾਡੀ ਟੈਕਨੋਲੋਜੀ ਕੀ ਹੈ, ਜੇ ਆਪਸੀ ਅਸੀਂ ਪਰਸਪਰ ਸਹਿਯੋਗ ਕਰਦੇ ਹਾਂ, ਜਿਹੜੇ ਡੈਲੀਗੇਟਸ ਬਾਹਰੋਂ ਆ ਰਹੇ ਨੇ G20 ਦੇ ਜਿਹੜੇ, ਤੇ ਉਹਨਾਂ ਦੇ ਨਾਲ ਉਹਨਾਂ ਨੂੰ ਪਤਾ ਲੱਗੇਗਾ ਕਿ ਇੰਡੀਅਨ ਜਿਹੜਾ ਸਟੈਂਡਰਡ ਹੈ ਟੈਕਨੋਲੋਜੀ ਦਾ ਉਹ ਕਿੱਥੇ ਪਹੁੰਚ ਗਿਆ, ਸਟਾਰਟਅਪਸ ਦੇ ਵਾਸਤੇ ਕਿਹੜੀ ਟੈਕਨੋਲੋਜੀ ਅਵੇਲੇਬਲ ਹੈ। ਇਹ ਟੈਕਨੋਲੋਜੀ ਸ਼ੇਅਰ ਵੀ ਹੋਏਗੀ, ਲੋਕਾਂ ਦੇ ਸਾਹਮਣੇ ਸ਼ੋਕੇਸ ਵੀ ਹੋਏਗੀ ਜੀ। ਔਰ ਜਿਹੜੇ ਨਵੇਂ ਬੱਚੇ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੈਗਾ ਕਿ ਪਹਿਲੇ ਦਿਨ ਸਿਰਫ ਡੈਲੀਗੇਟਸ ਵਾਸਤੇ ਇਹ ਰੱਖੀ ਗਈ ਹੈ ਜਿਹੜੀ ਇਹਨਾਂ ਨੇ ਪ੍ਰਦਰਸ਼ਨੀ ਉੱਥੇ ਲਗਾਉਣੀ ਹੈ ਜੀ, ਤੇ ਦੂਸਰੇ ਜਿਹੜੇ 2 ਦਿਨ ਨੇ ਬਾਕੀ ਦੇ ਉਹ ਓਪਨ ਫॉर ਜਿਹੜਾ ਸਧਾਰਨ ਲੋਕ ਜਿਹੜੇ ਨੇ ਉਹਨੂੰ ਵਿਜ਼ਿਟ ਕਰ ਸਕਦੇ ਨੇ। ਸਕੂਲੀ ਬੱਚਿਆਂ ਨੂੰ, ਕਾਲਜ ਦੇ ਬੱਚਿਆਂ ਨੂੰ ਉੱਥੇ ਬੁਲਾਇਆ ਗਿਆ ਹੈ, ਉਹ ਦੇਖ ਸਕਣ ਕਿ IIT ਵਰਗੇ ਜਿਹੜੇ ਸੰਸਥਾਨ ਨੇ ਉਹਨਾਂ ਦਾ ਜਿਹੜਾ ਸ਼ੋਧ ਹੈ, ਉਹਨਾਂ ਦੀ ਰਿਸਰਚ ਹੈ ਜਿਹੜੀ, ਉਹ ਕਿੱਥੇ ਪਹੁੰਚੀ ਹੋਈ ਹੈ ਜੀ, ਉਹ ਕਿਵੇਂ ਸਾਨੂੰ ਫਾਇਦਾ ਦੇ ਸਕਦੀ ਹੈ। ਤੇ ਜਿਹੜੇ ਫੋਰਨ ਦੇ ਡੈਲੀਗੇਟਸ ਆਏ ਹੋਏ ਨੇ ਉਹ ਇਹ ਦੇ ਸਕਣਗੇ ਕਿ ਇੰਡੀਆ ਦੀ ਟੈਕਨੋਲੋਜੀ ਕਿੱਥੇ ਪਹੁੰਚੀ ਹੋਈ ਜੀ। ਮਨੂਪਾਲ ਜੀ, ਗੱਲਬਾਤ ਤੇ ਜਾਰੀ ਰਹੇਗੀ ਕਿਉਂਕਿ ਸਾਡੇ ਅਗਲੀ ਜਿਹੜੀ ਸਾਡੇ ਕੋਲ ਪਹਿਲੀ ਵੀਡੀਓ ਹੈ ਤੁਹਾਡੇ ਤਿਆਰ ਹੈ ਜੀ, ਜੋ ਸੰਜੇ ਮੂਰਤੀ ਜੀ ਨੇ ਉਹ
ਸਿੱਖਿਆ ਸੈਕਟਰੀ ਉਹਨਾਂ ਦੇ ਕੁਝ ਵਿਚਾਰ ਜਿਹੜੇ ਅਸੀਂ ਸੁਣਾਂਗੇ, ਉਸ ਤੋਂ ਬਾਅਦ ਮੁੜ ਸਟੂਡੀਓ 'ਚ ਵਾਪਸ ਆਵਾਂਗੇ। ये G20 का एजुकेशन वर्किंग ग्रुप का दूसरा मीटिंग है। पहला मीटिंग जो था वो चेन्नई में हुआ था। उस चेन्नई वर्किंग ग्रुप में उसका टॉपिक था एडटेक लर्निंग, वो सेमिनार का मुख्य टॉपिक था। अमृतसर में जो हो रही है उसका मुख्य टॉपिक है रिसर्च और कोलैबोरेशन इनोवेशन के लिए। यहाँ पर IIT रोपड़ के माध्यम से हम ये ऑर्गेनाइज करा रहे हैं, जिसके लिए ये सेमिनार में रिसर्च और इनोवेशन के ऊपर चर्चा होगी और उस चर्चा में किस तरह से हमारे एकेडमिक इंस्टीट्यूशंस को और ज़्यादा कोलैबोरेट करके इनोवेशंस को आगे कैसा आगे बढ़ा सकते हैं, उसका एक ये उद्देश्य है। साथ साथ में एक एग्जीबिशन का भी आयोजन किया जा रहा है, जिसमें ना कि सिर्फ पूरा भारत प्रदेश में पूरे एकेडमिक इंस्टीट्यूशंस में जो स्टार्टअप्स आई हैं उसका प्रदर्शन ना करते हुए भी पंजाब स्टेट में जो यूनिवर्सिटीज़ और इंस्टीट्यूशंस में जो उभर के अच्छे स्टार्टअप्स आई हैं और जो अच्छे एग्जांपल्स आई हैं, उनको भी IIT रोपड़ ने शॉर्टलिस्ट करके उनके भी प्रदर्शन यहाँ रखे हैं। साथ साथ में G20 के कंट्रीज़ के भी एग्जिबिट्स होंगे, उसमें उनके भी स्टार्टअप्स इस एरियाज़ में प्रदर्शन किया जाएगा। ये एग्जीबिशन सिर्फ डेलीगेट्स के लिए नहीं है, पहला दिन उनके लिए रखा जाएगा ताकि वो ये G20 के साथ जो कंट्रीज़ के डेलीगेट्स हैं वो आके ये एग्जीबिशन को पूरा आराम से देखें। और उसके बाद ये 3 दिन हर एक के लिए खुला रहेगा, जिसमें हम इंश्योर करेंगे कि यहाँ के पूरे एजुकेशनल इंस्टीट्यूशंस और बच्चे और फैकल्टी जो हैं वो आके इसकी नज़र लगाएं और देखें कि किस टाइप के इनोवेशंस उभर के आ रही हैं, जो सोसाइटी के लाभ के लिए ये जो हो रही हैं वो जो आ रहे हैं, उसका एक पहल है। स्टूडियो 'ਚ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਜੀ। ਗੱਲਬਾਤ ਕਰ ਰਹੇ ਹਾਂ G20 ਮੁਲਕ ਨੇ ਜਿਹੜੇ ਉਹਨਾਂ ਦੀ ਦੂਜੀ ਸਿੱਖਿਆ ਕਾਰਜਕਾਰੀ ਗਰੁੱਪ ਦੀ ਜਿਹੜੀ ਮੀਟਿੰਗ ਹੈ ਕੱਲ ਅੰਮ੍ਰਿਤਸਰ 'ਚ ਸ਼ੁਰੂ ਹੋਣ ਜਾ ਰਹੀ ਹੈ। ਅਸੀਂ ਗੱਲ ਕੀਤੀ ਕਿ ਵਿਦਿਆਰਥੀਆਂ ਨੂੰ ਇੱਕ ਵੱਡਾ ਫਾਇਦਾ ਇਹਦਾ ਹੋਣ ਜਾ ਰਿਹਾ। ਰਿਸਰਚ ਦੇ ਜ਼ਰੀਏ ਜੋ ਕੁਝ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਨਗੇ, ਮੁਲਕ ਉਤੋਂ ਅੱਗੇ ਕੀ ਨਵੇਂ ਸਰਹੱਦੇ ਜਿਹੜੇ ਉਹ ਮਾਪਦੰਡ ਜਿਹੜੇ ਉਹ ਮਾਪੇ ਜਾਣਗੇ ਇਹਨਾਂ ਵਿਦਿਆਰਥੀਆਂ ਦੇ ਲਈ, ਸਿੱਖਿਆ ਦੇ ਖੇਤਰ ਲਈ ਤੇ ਬਾਕੀ ਖੇਤਰਾਂ ਦੇ ਲਈ। ਰਮਨ ਜੀ, ਇੱਕ ਚੀਜ਼ ਹੋਰ, ਆਪਾਂ ਸ਼ੁਰੂਆਤ 'ਚ ਗੱਲ ਕੀਤੀ ਕਿ ਪਹਿਲਾਂ ਤਾਂ ਸ਼ਹਿਰ ਜਾਂ ਸਟੇਟ ਆਪਾਂ ਕਿੱਦਾਂ ਚੁਣਦੇ ਹਾਂ, ਉਸ ਤੋਂ ਬਾਅਦ ਕਿਉਂਕਿ ਭਾਰਤ ਨੂੰ ਨੁਮਾਇੰਦਗੀ ਮਿਲ ਗਈ ਹੈ, ਹੁਣ ਉਹ ਨੁਮਾਇੰਦਗੀ ਦੇ ਸਾਨੂੰ ਫਾਇਦੇ ਵੀ ਹੋਣੇ ਨੇ, ਚੁਣੌਤੀਆਂ ਵੀ ਉਹਨੇ ਲੈ ਕੇ ਆਉਣੀਆਂ। ਕਿਵੇਂ ਦੇਖ ਰਹੇ ਹੋ ਉਹਨਾਂ ਚੀਜ਼ਾਂ ਨੂੰ? ਭਾਰਤ ਲਈ ਇੱਕ ਤੇ ਸਭ ਤੋਂ ਵੱਡੀ ਓਪਰਚੁਨਿਟੀ ਹੈ ਆਪਣੇ ਆਪ ਨੂੰ ਸ਼ੋਕੇਸ ਕਰਨਾ ਜੀ, ਸ਼ੋਕੇਸ ਕਰਨਾ ਕਿ ਅਸੀਂ ਕਿੱਥੇ ਪਹੁੰਚ ਚੁੱਕੇ ਹਾਂ। ਅਸੀਂ ਇੱਕ ਡਿਵੈਲਪਿੰਗ ਕੰਟਰੀ ਨਹੀਂ, ਇੱਕ ਅਸੀਂ ਹੁਣ ਡਿਵੈਲਪ ਕੰਟਰੀ ਤੱਕ ਪਹੁੰਚ ਚੁੱਕੇ ਹਾਂ। ਅਸੀਂ ਨਿਊਕਲੀਅਰ ਪਾਵਰ ਦੇ ਨਾਲ ਨਾਲ ਹੋਰ ਕਿੱਥੇ ਕੀ ਕੁਝ ਆਪਣੀ ਪਾਪੂਲੇਸ਼ਨ ਨੂੰ ਯੂਟਿਲਾਈਜ਼ ਕੀਤਾ ਹੈ। ਜਿਵੇਂ ਅਸੀਂ ਕੰਪੇਅਰ ਕਰਦੇ ਹਾਂ ਚਾਈਨਾ ਦੇ ਨਾਲ ਕਿ ਸਾਡੇ ਕੋਲ ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਹੈ, ਲੇਕਿਨ ਉਸ ਪਾਪੂਲੇਸ਼ਨ ਦੀ ਯੂਟਿਲਾਈਜੇਸ਼ਨ ਕੀ ਹੈ, ਕਿਵੇਂ ਅਸੀਂ ਇੰਟਰਨੈਟ, ਮੋਬਾਈਲ ਜਾਂ ਹੋਰ ਅਸੀਂ ਕੰਜ਼ਿਊਮਰ ਮਾਰਕੀਟ ਨੂੰ ਕਿਵੇਂ ਸਟਰੋਂਗ ਕੀਤਾ। ਉਹਦੇ ਇਲਾਵਾ ਭਾਰਤ ਕੋਲ ਇੱਕ ਚੈਲੰਜ ਹੋਏਗਾ। ਹੁਣ ਜਿਹੜਾ ਚੈਲੰਜ ਹੈ ਇਸ ਵੇਲੇ G20 ਦਾ ਓਵਰਆਲ ਜਿਹੜਾ ਇਹਦੇ ਤੇ ਸਾਇਆ ਪਿਆ ਉਹ ਯੂਕਰੇਨ ਰਸ਼ੀਆ ਵਾਰ ਦਾ ਹੈਗਾ, ਤੇ ਭਾਰਤ ਲਈ ਇੱਕ ਚੈਲੰਜ ਰਹੇਗਾ। ਹਾਲਾਂਕਿ ਪ੍ਰਾਈਮ ਮਿਨਿਸਟਰ ਮੋਦੀ ਨੇ ਇੱਕ ਉਹਨਾਂ ਦੇ ਬਾਰੇ ਕਿਹਾ ਵੀ ਜਾ ਰਿਹਾ ਕਿ ਉਹ ਇਸ ਨੂੰ ਇੱਕ ਮੀਡੀਏਟ ਕਰਨਗੇ ਕਿ ਇਸ ਜੰਗ ਨੂੰ ਰੋਕਿਆ ਜਾਏ, ਤੇ ਭਾਰਤ ਲਈ ਇੱਕ ਚੈਲੰਜ ਰਹੇਗਾ ਕਿਵੇਂ ਰਸ਼ੀਆ ਨੂੰ ਇਸ ਬੈਠਕ ਵਿੱਚ ਲੈ ਕੇ ਆਉਣਾ, ਕਿਉਂਕਿ ਪਿਛਲੀ ਬੈਠਕ 'ਚ ਨਹੀਂ ਆਏ ਸੀ ਬਾਲੀ ਵਿੱਚ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਪੁਤਿਨ, ਕਿਵੇਂ ਲੈ ਕੇ ਆਉਣਾ ਤੇ ਇਹਦਾ ਇੱਕ ਕੰਸੈਂਸਸ ਕਿਵੇਂ ਬਣਾਉਣਾ, ਇਸ ਜੰਗ ਨੂੰ ਕਿਵੇਂ ਰੋਕਣਾ, ਜਿਹੜੀ ਫੂਡ ਚੇਨ पूरी दुनिया च टुट गई है उन्होंने किवें सिरे लाउणा, ਤੇ ਭਾਰਤ ਲਈ ਇੱਕ ਚੈਲੰਜ ਜ਼ਰੂਰ ਰਹੇਗਾ ਮੈਨੂੰ ਲੱਗਦਾ ਹੈ ਜੀ। ਸੋ ਕਿਸ ਤਰ੍ਹਾਂ ਯੂਕਰੇਨ ਤੇ ਰਸ਼ੀਆ ਵਾਰ ਦਾ ਅਸਰ ਇਸ ਮੀਟਿੰਗ ਦੇ ਵਿੱਚ ਦੇਖਣ ਨੂੰ ਮਿਲ ਸਕਦਾ, ਇਹਦੇ ਬਾਰੇ ਚਰਚਾ ਜਾਰੀ ਰਹੇਗੀ। ਉਸ ਅਗਲੀ ਵੀਡੀਓ ਕਲਿੱਪ ਜਿਹਦੇ ਵਿੱਚ PIB ਦੇ ADG ਰਜਿੰਦਰ ਚੌਧਰੀ ਜੀ ਇਸ ਬਾਰੇ ਕੀ ਵਿਚਾਰ ਰੱਖਦੇ ਨੇ। G20 ਗਰੁੱਪ ਦੀ ਜਿਹੜੀ ਮੀਟਿੰਗ ਹੈ ਕੱਲ੍ਹ ਹੋਣ ਜਾ ਰਹੀ, ਆਓ ਸੁਣਦੇ ਹਾਂ। सर, शिक्षा को लेकर यहाँ पे G20 की जो बैठक होने जा रही है, क्या कहेंगे आप? यहाँ पर G20 के एजुकेशन ग्रुप की सेकंड वर्किंग मीटिंग है। इस मीटिंग के तहत G20 के रिप्रेजेंटेटिव्स एजुकेशन से जुड़े हुए विषयों, विशेष तौर
स्किल डेवलपमेंट के बारे में, रिसर्च को बढ़ावा कैसे दिया जाए, आपस में कॉपरेशन को कैसे बढ़ावा दिया जाए। जिस तरह की नई मार्केट क्रिएट हो रही है आर्टिफिशियल इंटेलिजेंस को लेकर, तो जॉब मार्केट में क्या चेंजेस आएंगे, उन चेंजेस के लिए हम अपने आप को, अपने युवाओं को कैसे तैयार कर सकें, इसको लेकर डिफरेंट कॉलेजेस के, जैसे आईआईटी रोपड़ इसमें स्पीयरहेड कर रहे हैं इसको, और G20 के डिफरेंट कंट्रीज़ के प्रोफेसर्स हैं, उनके एजुकेशन इंस्टीट्यूशंस के प्रोफेसर्स हैं, हमारे यहाँ के कॉलेजेस के प्रोफेसर्स हैं, उनके बीच में आपस में वर्किंग कमेटी की मीटिंग होगी। 2 दिनों तक होने की चर्चा के बाद वर्किंग कमेटी एक पेपर प्रेजेंट करेगा। इस पेपर को फिर मिनिस्ट्रियल ग्रुप में आगे प्रेजेंट किया जाएगा। तो इससे ये होगा कि G20 के सारे मेंबर कंट्रीज़ कहीं ना कहीं एजुकेशन को लेकर और पर्टिकुलरली आने वाली रिक्वायरमेंट्स को देखते हुए, नई टेक्नोलॉजीज़ के डेवलप होने को देखते हुए, स्किल डेवलपमेंट में क्या चेंजेस किए जाएं, एजुकेशन सेक्टर में क्या चेंजेस किए जाएं, आपस में कॉपरेशन कैसे बढ़ाई जाए, नई इमर्जिंग टेक्नोलॉजीज़ में कैसे नए आयाम क्रिएट किए जा सके, इन सब को लेकर ये वर्किंग ग्रुप की मीटिंग होगी। जी, यूक्रेन ਤੇ ਰਸ਼ੀਆ ਇਹਨਾਂ ਦੀ ਜਿਹੜੀ ਆਪਸ ਦੇ ਵਿੱਚ ਵਾਰ ਚੱਲੀ, ਉਸ ਵਾਰ ਦਾ ਜਿਹੜਾ ਇਸ G20 ਮੁਲਕ ਦੀ ਜਿਹੜੀ ਦੂਜੀ ਸਿੱਖਿਆ ਕਾਰਜਕਾਰੀ ਗਰੁੱਪ ਦੀ ਮੀਟਿੰਗ ਹੈ ਜੋ ਕੱਲ੍ਹ ਅੰਮ੍ਰਿਤਸਰ 'ਚ ਸ਼ੁਰੂ ਹੋਏਗੀ, ਰੋਬਿਨ ਜੀ ਨੇ ਗੱਲ ਕੀਤੀ। ਮਨੋਪਾਲ ਜੀ, ਕਿੰਨਾ ਕੁ ਇਸ ਗੱਲ ਨਾਲ ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ ਕਿ ਇਹਦਾ ਅਸਰ ਜਿਹੜਾ ਦੇਖਣ ਨੂੰ ਮਿਲ ਸਕਦਾ ਉੱਥੇ? ਦੇਖੋ, ਗੱਲ ਇਹ ਹੈ ਕਿ ਇਹ ਇੱਕ ਇੰਟਰਨੈਸ਼ਨਲ ਲੈਵਲ ਦਾ ਮਸਲਾ ਹੈ ਜੀ। ਰਾਦਰ ਇਹਦੇ ਨਾਲ ਪੂਰੇ ਜਿਹੜਾ ਦੁਨੀਆ ਹੈ ਇਹ 2 ਹਿੱਸਿਆਂ 'ਚ ਵੰਡੀ ਹੋਈ ਨਜ਼ਰ ਆ ਰਹੀ ਹੈ। ਕੋਈ ਯੂਕਰੇਨ ਨੂੰ ਠੀਕ ਕਹਿ ਰਿਹਾ ਹੈ, ਕੋਈ ਰਸ਼ੀਆ ਨੂੰ ਠੀਕ ਕਹਿ ਰਿਹਾ ਹੈ। ਲੇਕਿਨ ਮੈਨੂੰ ਇਹ ਲੱਗਦਾ ਕਿ ਸਾਨੂੰ ਥੋੜ੍ਹੀ ਪੋਜ਼ੀਟਿਵ ਥਿੰਕਿੰਗ ਰੱਖਦੇ ਹੋਏ ਸਾਡੇ ਦੇਸ਼ ਨੂੰ ਇਸ ਸਮਿਟ ਦੇ ਨਾਲ ਕੀ ਫਾਇਦਾ ਹੋਣ ਜਾ ਰਿਹਾ, ਐਂਡ ਸਪੈਸ਼ਲੀ ਜਿਹੜਾ ਐਜੂਕੇਸ਼ਨ ਦਾ ਹੋ ਰਿਹਾ ਹੈਗਾ, ਅੰਮ੍ਰਿਤਸਰ 'ਚ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਜੀ, ਇਹ ਸਾਡੀ ਜਿਹੜੀ ਯੰਗ ਪੀੜ੍ਹੀ ਹੈਗੀ ਹੈ ਉਹਦੇ ਵਾਸਤੇ ਇੱਕ ਬਹੁਤ ਹੀ ਅੱਛਾ ਮੌਕਾ ਹੈ ਜਿਹਦਾ ਉਹਦੇ ਆਪਣੀ ਟੈਕਨੋਲੋਜੀ ਨੂੰ ਸਮਝ ਸਕਣ, ਨਵੇਂ ਸ਼ੋਧ ਨੂੰ ਸਮਝ ਸਕਣ। ਉਸ ਤੋਂ ਇਲਾਵਾ ਇਹ ਜਿਹੜੀ ਸਾਡੇ ਦੇਸ਼ ਦੀ ਟੈਕਨੋਲੋਜੀ ਹੈ ਇਹ ਸ਼ੋਕੇਸ ਵੀ ਹੋਏਗੀ ਇਹਦੇ ਵਿੱਚ। ਬਾਕੀ ਮੁਲਕਾਂ ਦੇ ਜਿਹੜੇ ਡੈਲੀਗੇਟਸ ਆ ਰਹੇ ਨੇ ਉਹਨਾਂ ਨੂੰ ਵੀ ਦੇਖਣ ਨੂੰ ਮਿਲੇਗਾ ਕਿ ਇੰਡੀਆ ਕਿੱਥੇ ਪਹੁੰਚ ਗਿਆ। ਜਿਵੇਂ ਕਿਹਾ ਜਾ ਰਿਹਾ ਕਿ ਦੁਨੀਆ ਦੇ 5 ਮੋਢੀ ਦੇਸ਼ਾਂ ਦੇ ਵਿੱਚ ਜਿਹੜਾ ਇੰਡੀਆ ਬਹੁਤ ਜਲਦੀ ਸ਼ਾਮਲ ਹੋਣ ਵੀ ਜਾ ਰਿਹਾ ਹੈਗਾ ਟੈਕਨੋਲੋਜੀ ਦੇ ਆਧਾਰ ਦੇ ਉੱਤੇ। ਸੋ ਮੈਨੂੰ ਇਹ ਲੱਗਦਾ ਹੈ ਕਿ ਜੇ ਬਜਾਏ ਕਿ ਅਸੀਂ ਇਹ ਗੱਲ ਕਰੀਏ ਕਿ ਉਸ ਲੜਾਈ ਦਾ ਇਹਦੇ ਤੇ ਕੀ ਅਸਰ ਪਏਗਾ, ਸਾਨੂੰ ਇਹ ਦੇਖਣਾ ਚਾਹੀਦਾ ਕਿ ਸਾਨੂੰ ਇਹਦਾ ਫਾਇਦਾ ਕੀ ਹੋਣ ਜਾ ਰਿਹਾ ਜੀ। ਸੋ ਨਾਲ ਦੀ ਨਾਲ ਅਸੀਂ ਇਹ ਵੀ ਧਿਆਨ ਰੱਖਦੇ ਹਾਂ ਕਿ ਸਾਡੇ ਜਿਹੜੇ ਵਿਸ਼ੇਸ਼ ਸੰਵਾਦਦਾਤਾ ਨੇ ਸ਼ਿਸ਼ੂ ਸ਼ਰਮਾ ਸ਼ਾਂਤਲ ਜੀ, ਉਹ ਪਹੁੰਚੇ ਹੋਏ ਨੇ ਜੀ ਅੰਮ੍ਰਿਤਸਰ ਦੇ ਵਿੱਚ। ਸੋ ਉੱਥੇ IIT ਦੇ ਵਿਦਿਆਰਥੀਆਂ ਵੱਲੋਂ ਖਾਸ ਤੌਰ ਤੇ ਪ੍ਰਦਰਸ਼ਨੀ ਵੀ ਲਗਾਈ ਹੈ, ਪੂਰੀ ਉਹਨਾਂ ਦੀ ਇਸ ਸਮੇਂ ਸ਼ਿਰਕਤ ਉਹਨਾਂ ਦੇ ਵਿੱਚ ਕਰ ਰਹੇ ਨੇ। ਸੋ IIT ਰੋਪੜ ਦੇ ਹੀ ਜੋ ਡਾਇਰੈਕਟਰ ਨੇ ਰਾਜੀਵ ਆਹੂਜਾ ਜੀ, ਉਹਨਾਂ ਦੇ ਨਾਲ ਵਿਸ਼ੇਸ਼ ਗੱਲਬਾਤ ਸ਼ਾਂਤਲ ਜੀ ਵੱਲੋਂ ਕੀਤੀ ਗਈ ਹੈ। ਆਓ ਸੁਣਦੇ ਹਾਂ ਜੀ ਕੀ ਹੈ ਵਿਸ਼ੇਸ਼ ਗੱਲਬਾਤ। इस वेले मैं खड़ा हाँ खालसा कॉलेज अमृतसर में, जिथे इस सिक्ख्या दे ग्रुप की जी मीटिंग है। कल पहली मीटिंग इत्थे ही होनी है, यदा सैशन जोड़ा अगले 2 दिन जोड़े होटल च होणगे, लेकिन पहला सैशन इत्थे होना है। इस दियां भी तैयारियां इस वेले चल रही ने। तो इस दे नाल एक इत्थे एग्जीबिशन लगाई गई है जिहड़े कि IIT रोपड़ वालों लगाई गई है। तो इस विच शो केस कीते जाणगे, वख-वख तरह के मॉडल जिहड़े हैगे वो दिखाए जाणगे। तो मैं तुहानूं ये दसना चाहांगा कि ये जिहड़ा पूरा आयोजन है ये IIT रोपड़ वालों कीता जा रहा है। तो इस वेले साडे नाल मौजूद ने प्रोफैसर राजीव आहूजा जिहड़े डायरैक्टर ने रोपड़ IIT दे। तो असीं उन्हां को जानदे हां कि कितना माण महसूस कर रहे हैं वो इस आयोजन ते जी। धन्यवाद। साढ़े वास्ते बड़ी मान की गल है क्योंकि मिनिस्ट्री जो एजुकेशन है यह 4 इवेंट कर रहा है इस पूरे साल कोई 2 जोड़े हैं ना उन्होंने IIT में दिते हैं, वो एक IIT साडा है IIT रोपड़ का। सो ये साढ़े वास्ते बड़ी मान की गल है। एंड जो इवेंट है 3 दिन चलेगा। पहले दिन साडा वर्कशॉप है जिहदे जोड़े डेलीगेट्स जोड़े हैं बाहर तो आए वो भी अपना ग्रुप डिस्कशन में पार्टिसिपेट करेंगे। और जी एग्जीबिशन है 3 दिन चलेगी। पहले दिन तो डेलीगेट वास्ते है, अगले 2 दिन ओपन है पब्लिक वास्ते। तो ये असी ऑलमोस्ट 100 जोड़े ने स्टार्टअप और जो प्रोडक्ट जो डेवलप किए डिफरेंट इंस्टीट्यूशन ने, और नॉट ओनली जो पंजाब के खाली पंजाब दे नहीं पूरे इंडिया तो 100 जो स्टार्टअप है असी इत्थे विखांगे। तो एग्जीबिशन स्पैशली बच्चों वास्ते अरेंज की गई है कि नानू नूं पता चले कि देश स्टार्टअप के मामले कितना काम हो रहा है, वो बच्चों को उत्साहित करने वास्ते भी है और कि भविष्य स्टार्टअप स्टार्ट करन। एजुकेशन ते ये मीटिंग हो रही है, की उम्मीद करते हो कि की निकल के आएगा जोड़ा कि देश भर नूं रोशनी देगा? भाई ये जो साढ़ा इधर वर्टिकल जो टाइटल है वो है रिसर्च एंड इनोवेशन थ्रू कोलैबोरेशन। सो ये जो अभी ये वर्कशॉप है जो ये हमारे रिसर्च के कोलैबोरेशन को भी बढ़ाएगा। जैसे हमारे यहाँ जो 30 कंट्री से जो डेलीगेट्स आ रहे हैं उनसे 1-to-1 लोगों की बात होगी, जब एग्जीबिशन में आएंगे वो डिस्कस करेंगे और उससे उनका कोलैबोरेशन बढ़ेगा। तो हमारा जो स्टार्टअप का लेवल है, हमारा रिसर्च का लेवल है, इट विल गो अप
and the world also will see that how India is growing also, कि इंडिया में क्या क्या डेवलपमेंट हो रहा है जो उनको वहाँ रह के नहीं पता है. They will come here themselves and they will see that how India is developing, and we are going to be a developed country within one of the 5 developed countries in the future. स्टूडियो स्वागत है जी। गलबात जी चल रही है G20 मुल्कों की जी अगली सिक्ख्या कार्यकारी ग्रुप की मीटिंग है कल होने जा रही है। मनुपाल जी ने गल की कि जो सिक्ख्या के खेत्र के विद्यार्थी ने रिसर्च के नवे मौके ऑप्शन जी उन्होंने खुल रही हैं, किस तरह के मौके कितने बड़े पद्धर पर उन्होंने देख रहे हो? मैं मनुपाल जी की एक गल तो सहमत भी हाँ और एक गल बिल्कुल ठीक है कि पॉजिटिव एस्पैक्ट भी देखना चाहिए। वो पॉजिटिव एस्पैक्ट इस तरीके जरूर है कि स्टूडेंट्स को अपॉर्चुनिटीज़ मिल रही है, यंग जनरेशन को मिल रही है, स्कूलों के विद्यार्थी आ रहे वेख रहे हैं, दुनिया को वेख रहे हैं, लेकिन वो नाल ਜਿਹੜੀ ਸਮਿਟ ਦਾ ਇੱਕ ਵੱਡਾ ਰੂਪ ਹੈ ਅਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ। ਜਿਹੜੀ ਬਾਲੀ ਸਮਿਟ ਦੀ ਡਿਕਲੇਰੇਸ਼ਨ ਸੀ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਨੇ ਕਿਹਾ ਕਿ ਖਾਸ ਤੌਰ ਤੇ ਯੂਕਰੇਨ ਵਾਰ ਨੂੰ ਲੈ ਕੇ ਕਿ ਇਹ ਇੱਕ ਇਸ ਨੂੰ ਇਗਨੋਰ ਨਹੀਂ ਕਿ ਦਿਸ ਇਜ਼ ਨਾਟ ਅ ਟਾਈਮ ਫॉर ਵਾਰ, ਇਰਾ ਆਫ ਵਾਰ, ਤੇ ਇਹ ਯੁੱਗ ਨਹੀਂ ਹੈ ਇਸ ਵੇਲੇ ਯੁੱਧ ਦਾ, ਉਸ ਨੂੰ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ ਹੈ। ਇੱਕ ਬਹੁਤ ਇੰਪੋਰਟੈਂਟ ਗੱਲ ਕਹੀ ਸੀ ਉਸ ਦੇ ਤਰਜ਼ ਤੇ ਹੀ ਜਿੰਨੇ ਵੀ ਮੁਲਕ ਨੇ ਭਾਰਤ ਵੱਲ ਜ਼ਰੂਰ ਵੇਖ ਰਹੇ ਨੇ ਕਿ ਇਹ इस जंग का असर इस समिट की ओवरऑल समिट की जी सितंबर में होनी है वो असर ना हो, पर इंशाअल्लाह असीं चाहते हैं कि जड़ियाँ छोटिया छोटिया समिट्स हो रही हैं, बैठक हो रही हैं, यदा बैनीफिट्स शहरों को, उत्थे दे लोकां नूं, उत्थे दी स्टेट नूं जरूर मिले, विद्यार्थियों नूं जी। सो इस तो बाद IIT दे रोपड़ की जदों असीं विच गल कीती, उन्हां दे जिहड़े विद्यार्थी ने उन्हां लई कुछ बहुत अच्छे मुफ्त दे प्रबंध जिहड़े इस समय उत्थे कीते गए ने। की प्रबंध ने, विद्यार्थी किहो जिहा महसूस कर रहे हैं, आओ वीडियो देखते हैं। मैं केरला से हूँ। आई एम स्टडिंग इन IIT रोपर, डूइंग अ PhD in English. So this is a great opportunity for us to host the G20 summit. Everybody from the world is coming and we are working day in and day night, but we are not exhausted. We are so excited to meet everybody. We are doing exhibition, we are conducting seminar, interesting talk in education. So being from IIT, being a part of education committee is so exciting to us, and this is the proudest moment we are having in our life. We are representing India. So India, like we are making India proud and we are getting every facility from the government. So it is a time where we can do everything to the government. So yeah, that is it. बहुत अच्छा लग रहा है कि IIT इसका ऑर्गेनाइज कर रहा है और मैं इसकी कोर टीम में हूँ। ये सारा मतलब मेरे प्रोफेसर डॉक्टर धीरज महाजन है, वो इसके कोऑर्डिनेटर हैं और मैं उनका स्टूडेंट हूँ, तो उन्होंने मुझे मौका दिया इसको ऑर्गेनाइज करने का। हम पूरा मतलब सारा सेटअप कर रहे हैं इंटरनेशनल गेस्ट के लिए। हर एक बंदा असाइन है कि कौन कौन से फॉरेन गेस्ट आएंगे, मतलब सारा वेल प्लान्ड है। एग्जीबिशंस लग रही हैं, गेस्ट आ रहे हैं, मतलब मिनिस्टर्स आ रहे हैं, फॉर वो सारे इंटरनेशनल इवेंट है। मतलब प्राउड ही बहुत हो रहा है कि ऐसे इंटरनेशनल इवेंट को रिप्रेजेंट करने का मौका मिल रहा है और एक बड़े इवेंट में काम करने का मौका मिल रहा है। काफ़ी कुछ सीखने को भी मिल रहा है इससे। सो दूजी सिक्ख्या कार्यकारी ग्रुप की जी मीटिंग है जी कल अमृतसर शुरू होएगी, उहदे विच जिथे G20 मुल्क शामिल होणगे उत्थे नाल कुछ इस तरह के मुल्क जिहड़े विशेष सद्दे दे उत्ते कल पंजाब पहुंचणगे। पंजाब के भले दे लई किदां दीयां गल्लां हो सकदियां ने, किहो जिहे मौके पैदा हो सकते हैं, तो की रोल उन्हां मुल्कां दा इस बैठक दे विच रहिंदा है? देखो डेलीगेट्स जिहड़े ने इंक्लूडिंग चाइना उत्थे पहुंच रहे ने, बहुत रिवायती तरीके दे नाल अमृतसर च उन्हां दा स्वागत कीता जा रहा सरकारी लैवल दे उत्ते। सो देखो गल ये है कि पहली तो गल ये है कि टैक्नोलॉजी शेयरिंग इनोवेशन ਉਹਦੇ ਉੱਤੇ ਗੱਲ ਹੋ ਰਹੀ ਹੈ ਜੀ। दूसरी गल है कि अमृतसर ਜਿਹੜੀ ਗੁਰੂ ਦੀ ਨਗਰੀ ਹੈ ਉੱਥੇ ਟੂਰਿਜ਼ਮ ਵਧਣ ਦਾ ਵੀ ਇੱਕ ਬਹੁਤ ਮੌਕਾ ਮਿਲ ਰਿਹਾ। ਦੇਖੋ ਇੱਕ ਪੰਜਾਬ ਨੂੰ ਟੂਰਿਸਟ ਸਰਕਟ ਦੇ ਤੌਰ ਤੇ ਵੀ ਹੁਣ ਜਾਣਿਆ ਜਾ ਰਿਹਾ ਕਿ ਟੂਰਿਸਟ ਆਉਂਦੇ ਨੇ ਜੀ, ਦਰਬਾਰ ਸਾਹਿਬ ਮੱਥਾ ਟੇਕਦੇ ਨੇ, ਦੁਰਗਿਆਣਾ ਟੈਂਪਲ ਜਾਂਦੇ ਨੇ, ਉਸ ਤੋਂ ਬਾਅਦ ਸ਼ਾਮ ਨੂੰ ਵਾਗਾ ਰਿਟਰੀਟ ਦੇਖਣ ਜਾਂਦੇ ਨੇ, ਹੋਰ ਵੀ ਬਹੁਤ ਕੁਛ ਹੈ। ਸੋ ਮੈਨੂੰ ਲੱਗਦਾ ਕਿ ਜੇ ਅਸੀਂ ਸਿਰਫ ਇਹੀ ਗੱਲ ਕਰੀਏ ਕਿ ਐਜੂਕੇਸ਼ਨ ਦਾ ਹੀ ਉਹ ਫਰਕ ਪਏਗਾ, ਇਸ ਤੋਂ ਨਾਲ ਹੈ ਕਿ ਜਿਹੜੇ ਡੈਲੀਗੇਟਸ ਆ ਰਹੇ ਨੇ ਉਹਨਾਂ ਨੂੰ ਇੰਡੀਆ ਸਪੈਸ਼ਲੀ ਪੰਜਾਬ ਸਪੈਸ਼ਲੀ ਅੰਮ੍ਰਿਤਸਰ ਦੇਖਣ ਦਾ ਮੌਕਾ ਮਿਲ ਰਿਹਾ। ਸੋ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲਈ ਇੱਕ ਬਹੁਤ ਅੱਛੀ ਗੱਲ ਹੈ ਕਿ ਦੁਨੀਆ ਦੇ ਵੀ ਜਿਹੜੇ ਕਿ ਅਗਾਂਹ ਵਧੂ ਮੁਲਕ ਨੇ ਉਹਨਾਂ ਦੇ ਡੈਲੀਗੇਟਸ ਇੱਥੇ ਪਹੁੰਚ ਰਹੇ ਨੇ। ਕੁਝ ਉਹ ਵੀ ਦੇਸ਼ਾਂ ਦੇ ਡੈਲੀਗੇਟਸ ਇੱਥੇ ਆ ਰਹੇ ਨੇ ਜਿਨ੍ਹਾਂ ਨੂੰ ਐਜ਼ ਗੈਸਟ ਇੱਥੇ ਬੁਲਾਇਆ ਗਿਆ ਹੈ, ਉਹ ਆਬਜ਼ਰਵ ਕਰਦੇ ਨੇ ਆ ਕੇ ਕਿ ਤੁਹਾਡਾ ਸਮਿਟ ਕਿਸ ਤਰ੍ਹਾਂ ਦਾ ਚੱਲ ਰਿਹਾ। ਸੋ ਮੈਨੂੰ ਲੱਗਦਾ ਕਿ ਓਵਰਆਲ ਇਹ ਪੰਜਾਬ ਦੇ ਅੰਮ੍ਰਿਤਸਰ ਦੇ ਹੱਕ ਦੇ ਵਿੱਚ ਸਮਿਟ ਰਹੇਗਾ, ਜਿੱਥੇ ਬੱਚੇ ਜਿਹੜੇ ਆ
ਉਹ ਵੀ ਜਾਣ ਸਕਣਗੇ ਕਿ ਸਾਡੀ ਟੈਕਨੋਲੋਜੀ ਤੇ ਸਾਡਾ ਫਿਊਚਰ ਕੀ ਹੈ ਜੀ। ਸੋ ਜਿੱਥੇ ਇੰਟਰਨੈਸ਼ਨਲ ਜਿਹੜੇ ਡੈਲੀਗੇਟਸ ਨੇ, ਅੰਤਰਰਾਸ਼ਟਰੀ ਡੈਲੀਗੇਟਸ ਪਹੁੰਚੇ ਨੇ, ਐਨਸੀਸੀ ਦੇ ਜਿਹੜੇ ਕੈਡੇਟਸ ਨੇ ਉਹਨਾਂ ਵੱਲੋਂ ਉਹਨਾਂ ਦਾ ਸਵਾਗਤ ਕਰਨ ਦਾ ਉਹਨਾਂ ਨੂੰ ਮੌਕਾ ਮਿਲ ਰਿਹਾ। ਖਾਲਸਾ ਕਾਲਜ ਦੇ ਵਿਦਿਆਰਥੀ ਉੱਥੇ ਮੌਜੂਦ ਨੇ, ਇੱਕ ਵੱਖਰਾ ਉਤਸ਼ਾਹ ਜਿਹੜਾ ਉਹਨਾਂ 'ਚ ਦੇਖਣ ਨੂੰ ਮਿਲ ਰਿਹਾ। ਸੋ ਉਹਨਾਂ ਦੇ ਵਿਦਿਆਰਥੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ। ਆਓ ਜੁੜਦੇ ਹਾਂ ਜੀ ਇਸ ਵੀਡੀਓ ਦੇ ਨਾਲ। ਸਾਡੇ ਨਾਲ ਨੇ ਐਨਸੀਸੀ ਦੇ ਕੁਝ ਕੈਡੇਟ। ਇਹਨਾਂ ਕੈਡੇਟਾਂ ਦਾ ਰੋਲ ਇਹ ਰਹੇਗਾ ਕਿ G20 ਦੇ ਵਿੱਚ ਆਉਣ ਵਾਲੇ ਡੈਲੀਗੇਟਸ ਦਾ ਇਹ ਸਵਾਗਤ ਕਰਨਗੇ ਤੇ ਇਸ ਲਈ ਇਹਨਾਂ 'ਚ ਕੀ ਉਤਸ਼ਾਹ ਹੈ, ਕਿਸ ਤਰ੍ਹਾਂ ਦੀ ਉਮੰਗ ਹੈ, ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ। ਜੀ ਬੇਟਾ। Hello sir, I'm an NCC cadet in NCC and we NCC cadets are preparing for this G20 meeting, and I first of all thank Mr. Prime Minister Narendra Modi ji for giving us this opportunity to prepare, and we are doing piloting, guard and other drill activities to receive the dignitaries and guests, and I think I'm feeling very proud to be an NCC cadet and to get this opportunity, and I thank all the dignitaries and as well as our leaders. Thank you. एज ए एनसीसी कैडेट वी फील प्राउड कि हमें ये अपॉर्चुनिटी मिली है एंड हम लोग इस अपॉर्चुनिटी का पूरा अच्छे से ख्याल रखेंगे कि हम लोग उनका अच्छे से वेलकम करें एंड उनको अच्छे से रिसीव करें, बिकॉज ये मौका शायद हर किसी को बार बार नहीं मिलता है एंड हमें ये मिला है तो हम लोग इसका पूरा अच्छे से ध्यान रखेंगे। थैंक यू। ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਹੋ ਰਹੀ ਇਸ ਮੀਟਿੰਗ ਨੂੰ ਲੈ ਕੇ ਬੱਚਿਆਂ ਵਿੱਚ ਖਾਸ ਉਤਸ਼ਾਹ ਹੈ ਅਤੇ ਬੱਚੇ ਇਸ ਬਾਰੇ ਕੀ ਸੋਚਦੇ ਨੇ, ਆਓ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਜੀ ਬੇਟਾ। हाँ जी, मैं खालसा कॉलेज पढ़ती हाँ। मेरा नेम दीक्षिता है तो साड़ी कॉलेज जोड़ा हो रहा बहुत वधिया है, बहुत वधिया लग रहा है, बहुत मज़ा आ रहा है, बहुत इंजॉय कर रहे हैं इस चीज़ को। प्राउड मूवमेंट है साढ़े लिए, साढ़े कॉलेज लिए। साढ़े कॉलेज G2 एग्जीबिशन लगी है जिन्होंने देख के बहुत मज़ा आ रहा है एंड सानू वधिया लग रहा है, प्राउड फील हो रहा है अपने आप से भी कि असीं इत्थों दे स्टूडेंट हाँ। तो बहुत हर मतलब साढ़े कॉलेज जिवें कोई भी परफॉर्मेंस वगैरह करते हैं उन्होंने भी अपने आप से बहुत प्राउड फील होता है। मेरा नाम सुखजिंदर हाँ, असी एग्रीकल्चर डिपार्टमेंट तो हाँ और जिद्दां सानू पता लगा कि साढ़े कॉलेज G20 ऑर्गेनाइज हो रहा है, साढ़े लिए बहुत ही प्राउड मूवमेंट है। और पहलों तो साडा खालसा कॉलेज बहुत फेमस है बट ये करके होर फेमस होगा। ਦੂਜੀ ਸਿੱਖਿਆ ਕਾਰਜਕਾਰੀ ਗਰੁੱਪ ਦੀ ਮੀਟਿੰਗ ਜੋ ਕੱਲ੍ਹ ਅੰਮ੍ਰਿਤਸਰ ਸ਼ੁਰੂ ਹੋਣ ਜਾ ਰਹੀ ਹੈ। ਸੋ 3 ਦਿਨਾਂ ਬੈਠਕ ਦੇ ਵਿੱਚ ਰੋਬਿਨ ਜੀ ਕੀ ਲੱਗਦਾ ਕਿ ਕਿੱਦਾਂ ਦੇ ਸਾਰਥਕ ਨਤੀਜੇ ਜਿਹੜੇ ਉਹ ਨਿਕਲਣ ਦੀ ਉਮੀਦ ਹੈ? ਇੱਕ ਤਾਂ ਸਾਨੂੰ ਸਮਝ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਜਿਹੜੀ ਵਰਕਿੰਗ ਕਮੇਟੀ ਦੀ ਬੈਠਕ ਹੋ ਰਹੀ ਹੈ ਇਹਦੇ ਚੋਂ ਜੋ ਵੀ ਸਿੱਟੇ ਨਿਕਲਣਗੇ ਉਹ ਸੈਪਟੈਂਬਰ ਤੋਂ ਬਾਅਦ ਪਤਾ ਲੱਗਣਗੇ। ਉਹ ਇਮੀਡੀਏਟਲੀ ਜਿਵੇਂ ਮੈਂ ਪਹਿਲੇ ਦੱਸਿਆ ਵੀ ਇੰਟੈਂਜੀਬਲ ਬੈਨੀਫਿਟਸ ਹੁੰਦੇ ਨੇ ਉਹ ਸਿੱਧੇ ਤੌਰ ਤੇ ਨਜ਼ਰ ਨਹੀਂ ਆਉਂਦੇ, ਲੇਕਿਨ ਜਿਹੜੀਆਂ ਕੋਲੈਬੋਰੇਸ਼ਨਸ ਹੋਣਗੀਆਂ ਜਿਵੇਂ IIT ਆਏ ਨੇ ਜਾਂ ਖਾਲਸਾ ਕਾਲਜ ਵਾਲੇ ਨੇ, ਯੂਨੀਵਰਸਿਟੀ ਵਾਲੇ ਜਿਹੜੇ ਇਨਵੋਲਵਡ ਹੋਏ ਨੇ ਉਹ ਕਿੰਨਾ ਕੁ ਚ ਬੈਨੀਫਿਟ ਲੈ ਪਾਉਂਦੇ ਨੇ। ਅੰਮ੍ਰਿਤਸਰ ਦੇ 4 ਸਕੂਲ ਘੱਟੋ ਘੱਟ ਚਮਕ ਗਏ ਨੇ, ਫੁੱਲ ਨਿਕਲ ਆਏ ਨੇ ਤੇ ਮੈਂ ਚਾਹੁੰਦਾ ਕਿ ਫੁੱਲ ਜਿਹੜੇ ਆ ਇਕੱਲੇ 20 ਤਰੀਕ ਤੱਕ ਨਾ ਰਹਿਣ, ਖਿੜੇ ਰਹਿਣ। ਉਹਦਾ ਖਿੜੇ ਰਹਿਣ ਦਾ ਰੀਜ਼ਨ ਇਹੀ ਰਹੇਗਾ ਜਾਂ ਉਹਦਾ ਤਰੀਕਾ ਇਹੀ ਰਹੇਗਾ, ਜੇ ਅੰਮ੍ਰਿਤਸਰ ਨੂੰ ਚੁਣਿਆ ਗਿਆ ਇੱਕ ਇੰਟਰਨੈਸ਼ਨਲ ਇਵੈਂਟਸ ਦੀ ਲਿਸਟ ਵਿੱਚ, ਪਹਿਲੇ ਹਾਰਟ ਆਫ ਏਸ਼ੀਆ ਹੋਇਆ, ਹੁਣ ਇਹ ਹੋਇਆ, ਇਹ ਲਗਾਤਾਰ ਹੁੰਦੇ ਰਹਿਣ ਤਾਂ ਕਿ ਇਹ ਪ੍ਰਾਹੁਣੇ ਸਾਡੇ ਕੋਲ ਆਉਂਦੇ ਰਹਿਣ, ਅਸੀਂ ਵੀ ਇਹਨਾਂ ਦਾ ਖੈਰ ਮਕਦਮ ਵੀ ਕਰਦੇ ਰਹੀਏ, ਬੈਨੀਫਿਟਸ ਲੈਂਦੇ ਵੀ ਰਹੀਏ ਤੇ ਦਿੰਦੇ ਵੀ ਰਹੀਏ। ਅਗਰ ਕੈਨੇਡਾ ਔਰ ਆਸਟ੍ਰੇਲੀਆ ਜਿਹੜਾ ਕਿ ਪੰਜਾਬੀਆਂ ਲਈ ਇੱਕ ਡੈਸਟੀਨੇਸ਼ਨ ਬਣਿਆ ਹੋਇਆ, ਉਹਨਾਂ ਦੇ ਲੋਕ ਇੱਥੇ ਆ ਰਹੇ ਨੇ, ਉਹ ਵੀ ਵੇਖਣਾ ਚਾਹੁੰਦੇ ਨੇ ਵੀ ਕਿਉਂ ਉੱਥੇ ਜਾ ਰਹੇ ਹੋ ਤੇ ਇੱਥੇ ਵਾਲੇ ਵੀ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਨੇ। ਸਿੱਧੇ ਤੌਰ ਤੇ ਮੈਂ ਇੱਕ ਸਿੰਪਲ ਭਾਸ਼ਾ ਵਿੱਚ ਦੱਸਾਂ ਤੇ ਸਾਨੂੰ ਇੱਕ ਦੂਜੇ ਨੂੰ ਜਾਣਨ ਲਈ ਬਹੁਤ ਮੌਕਾ ਮਿਲੇਗਾ, ਖਾਸ ਤੌਰ ਤੇ ਜਿਹੜਾ ਬ੍ਰੇਨ ਡਰੇਨ ਹੋ ਰਿਹਾ ਉਹਨੂੰ ਰੋਕਣ ਲਈ ਵੀ ਉਹਨਾਂ ਨੂੰ ਸਮਝਾਉਣਾ। ਬਿਲਕੁਲ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਬਿਲਕੁਲ ਠੀਕ ਗੱਲ ਹੈ ਕਿ ਇਹ ਬਹੁਤ ਇੰਪੋਰਟੈਂਟ ਹੈ ਗੱਲ ਕਿ ਬ੍ਰੇਨ ਡਰੇਨ ਜਿਹੜਾ ਪੰਜਾਬ 'ਚੋਂ ਹੋ ਰਿਹਾ ਉਹਨੂੰ ਰੋਕਣਾ ਬੇਹੱਦ ਜ਼ਰੂਰੀ ਹੈ, ਪੰਜਾਬ ਦੇ ਭਵਿੱਖ ਦੇ ਲਈ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਯੁਵਾ ਪੀੜ੍ਹੀ ਸਾਡੀ ਦੇਖੇਗੀ ਕਿ ਅਸੀਂ ਟੈਕਨੋਲੋਜੀਕਲੀ ਸੈਲਫ ਰਿਲਾਇੰਟ ਹੈਗੇ ਹਾਂ, ਪੰਜਾਬ ਦੇ ਵਿੱਚ IIT ਰੋਪੜ ਪੰਜਾਬ ਦਾ ਹੀ ਹਿੱਸਾ ਹੈ ਔਰ ਉੱਥੇ ਟੈਕਨੋਲੋਜੀ ਇਹੋ ਜਿਹੀ ਸ਼ੋਕੇਸ ਕੀਤੀ ਜਾ ਰਹੀ ਹੈ ਜਿਹਨੂੰ ਪੂਰਾ ਵਰਲਡ ਦੇਖਣ ਆ ਰਿਹਾ ਜਾਂ ਐਟਲੀਸਟ ਅਗਾਂਹ ਵਧੂ ਜਿਹੜੇ ਮੁਲਕ ਨੇ ਉਹ ਦੇਖਣ ਆ ਰਹੇ ਨੇ, ਉਹਨਾਂ ਦੇ ਡੈਲੀਗੇਟਸ ਆ ਰਹੇ ਨੇ। ਔਰ ਇਹ ਸਟਾਰਟਅਪਸ ਵਾਸਤੇ ਜਿਨ੍ਹਾਂ ਨੇ ਨਵੇਂ ਸਟਾਰਟਅਪਸ ਕਰਨੇ ਆ, ਜਿੱਦਾਂ IIT ਦੇ ਡਾਇਰੈਕਟਰ ਕਹਿ ਰਹੇ ਸੀਗੇ, ਤਾਂ ਉਹ ਮੈਨੂੰ ਲੱਗਦਾ ਹੈ ਕਿ ਓਵਰਆਲ ਸਾਡੇ ਭਵਿੱਖ ਦੇ ਲਈ ਇਹ ਬਹੁਤ ਹੀ ਅੱਛਾ ਹੋਣ ਜਾ ਰਿਹਾ ਹੈ। ਜੀ ਸੋ ਉਮੀਦ ਕਰਦੇ ਹਾਂ ਕਿ ਦੂਜੀ ਸਿੱਖਿਆ ਕਾਰਜਕਾਰੀ ਗਰੁੱਪ ਦੀ ਜਿਹੜੀ ਮੀਟਿੰਗ ਹੈ, ਜਿਹੜੀ ਬੈਠਕ ਹੈ, ਜਿਹੜੀ ਕੱਲ੍ਹ ਹੋਣ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ, ਇੰਸ਼ਾਅੱਲਾ ਉਹਦੇ ਬਹੁਤ ਵਧੀਆ ਨਤੀਜੇ ਨਿਕਲ ਕੇ ਸਾਹਮਣੇ ਆਉਣ। ਭਾਰਤ ਨੂੰ ਜਿਹੜਾ ਇਹ ਸੁਭਾਗ ਪ੍ਰਾਪਤ ਹੋਇਆ ਕਿ ਸਾਨੂੰ ਨੁਮਾਇੰਦਗੀ ਕਰਨ ਦਾ ਮੌਕਾ ਮਿਲ ਰਿਹਾ, ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਹਦੇ ਬਾਰੇ ਜਿਹੜੀਆਂ ਬੈਠਕਾਂ ਕੀਤੀਆਂ ਜਾ ਰਹੀਆਂ ਨੇ, ਉਹਦੇ ਬਾਰੇ ਅੱਜ ਦੀ ਖਾਸ ਚਰਚਾ ਸਟੂਡੀਓ ਤੋਂ ਲਾਈਵ ਤੁਹਾਡੇ ਲਈ ਰਹੀ। ਸੋ ਜਿਹੜੇ ਮਹਿਮਾਨ ਸਟੂਡੀਓ 'ਚ ਆਏ ਉਹਨਾਂ ਦਾ ਝਾਤ ਪਾਉਣ ਲਈ ਰੋਬਿਨ ਜੀ, ਮਨੂਪਾਲ ਜੀ ਬਹੁਤ-ਬਹੁਤ ਸ਼ੁਕਰੀਆ, ਬਹੁਤ-ਬਹੁਤ ਧੰਨਵਾਦ।